ਅੱਜ ਦੇ ਸੈਗਮੈਂਟ ਵਿੱਚ ਤੁਹਾਡੀ ਮੁਲਾਕਾਤ ਕਰਾਵਾਂਗੇ ਵਿਸ਼ੂ ਧੀਰੀ ਜੀ ਨਾਲ, ਜਿਹੜੇ ਕਿ ਐਕਸਪਰਟ ਹਨ ਕੈਪੀਟਲ ਮਾਰਕੀਟਸ ਵਿੱਚ, ਉਸ ਤੋਂ ਇਲਾਵਾ ਇੱਕ ਐਜ਼ ਫਾਈਨੈਂਸ਼ੀਅਲ ਐਡਵਾਈਜ਼ਰ ਇੱਥੇ ਕੰਮ ਕਰਦੇ ਨੇ। ਇਹਨਾਂ ਕੋਲੋਂ ਜਾਣਕਾਰੀ ਲਵਾਂਗੇ ਕਿ ਭਾਰਤ ਵਿੱਚ ਜਿਹੜਾ ਅੱਜ ਕੱਲ੍ਹ FDI ਦੇ ਸੰਬੰਧ ਵਿੱਚ ਕਾਫੀ ਰੌਲਾ ਪੈ ਰਿਹਾ ਹੈ, ਇਹ FDI ਹੈ ਕੀ ਹੈ, ਇਸ ਦਾ ਕੀ ਇੰਪੈਕਟ ਪੈ ਸਕਦਾ ਹੈ, ਕਿ ਇਸ ਦਾ ਕੋਈ ਬੈਨੀਫਿਟ ਹੋਏਗਾ ਲੌਂਗ ਟਰਮ ਵਿੱਚ ਜਾਂ ਇਸ ਦਾ ਨੁਕਸਾਨ ਹੋਏਗਾ। ਆਓ ਇਸ ਸੰਬੰਧ ਵਿੱਚ ਇਹਨਾਂ ਦੀ ਇਨਫੋਰਮੇਸ਼ਨ ਤੋਂ ਕੁਝ ਜਾਣਕਾਰੀ ਲੈਂਦੇ ਹਾਂ। ਜੈਨੂ ਜੀ, ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ ਵੈਰੀ ਮਚ। ਸੋ FDI ਦੀ ਜਦ ਗੱਲ ਕਰਦੇ ਹਾਂ ਜੀ, ਕਿ ਕੀ ਇਜ਼ ਇਟ ਅ ਨਿਊ ਕਨਸੈਪਟ ਇਨ ਇੰਡੀਆ ਜਾਂ ਪਹਿਲਾਂ ਤੋਂ ਚੱਲਦਾ ਆ ਰਿਹਾ, ਤੇ ਹੁਣ ਕਿਉਂ ਇੰਨਾ ਰੌਲਾ ਪੈ ਰਿਹਾ ਜੇ ਪਹਿਲਾਂ ਤੋਂ ਚੱਲ ਰਿਹਾ? FDI ਇੱਕ ਸ਼ਾਰਟ ਫਾਰਮ ਹੈ ਜੀ, ਫੋਰਨ ਡਾਇਰੈਕਟ ਇਨਵੈਸਟਮੈਂਟ ਲਈ, ਜਿਸ 'ਚ ਕਿ ਕਾਰਪੋਰੇਸ਼ਨਸ ਜਿਹੜੀਆਂ ਫੋਰਨ ਕਾਰਪੋਰੇਸ਼ਨਸ ਹੈ ਉਹ ਇੰਡੀਆ 'ਚ ਜਾ ਕੇ ਇਨਵੈਸਟ ਕਰ ਸਕਦੀਆਂ। ਔਰ ਡਾਇਰੈਕਟ ਇਨਵੈਸਟਮੈਂਟ ਦਾ ਮਤਲਬ ਇਹ ਹੈ ਕਿ ਦੇ ਆਰ ਇਨ ਕੰਟਰੋਲ ਆਫ ਦ ਬਿਜ਼ਨਸ, ਦੇ ਹੈਵ ਦ ਕੰਟਰੋਲਿੰਗ ਇੰਟਰਸਟ ਜੀ, ਐਂਡ ਦੇ ਆਲਸੋ ਹੈਵ ਦ ਮੈਨੇਜਮੈਂਟ ਕੰਟਰੋਲ। ਇਹ ਕਨਸੈਪਟ ਜਿਹੜਾ ਹੈ ਐਸ ਸੱਚ ਕੋਈ ਬਹੁਤਾ ਨਵਾਂ ਨਹੀਂ ਹੈ, ਕਿਉਂਕਿ ਇੰਡੀਆ ਦੇ ਅੰਦਰ ਆਲਰੇਡੀ ਜਿਹੜੀਆਂ ਫੋਰਨ ਕਾਰਪੋਰੇਸ਼ਨਸ ਹੈ ਉਹ ਇਨਵੈਸਟ ਕਰ ਰਹੀਆਂ ਔਰ ਉਹਨਾਂ ਦੀ ਡਾਇਰੈਕਟ ਇਨਵੈਸਟਮੈਂਟ ਹੈਗੀ ਹੈ। ਸਿਰਫ ਕਿਉਂਕਿ ਇਹ ਰੀਟੇਲ ਸੈਕਟਰ, ਵੈਸੇ ਤਾਂ 4 ਡਿਫਰੈਂਟ ਸੈਕਟਰਸ हैं ਜਿਹੜੇ ਕਿ ਗਵਰਨਮੈਂਟ ਨੇ ਇਹ ਰਿਫਾਰਮਸ ਇੰਟਰੋਡਿਊਸ ਕੀਤੇ ਹੈ, ਜਿਨ੍ਹਾਂ 'ਚ ਰੀਟੇਲ ਹੋ ਗਿਆ, ਐਵੀਏਸ਼ਨ ਹੋ ਗਈ, ਪਾਵਰ ਸੈਕਟਰ ਹੋ ਗਿਆ ਔਰ ਕੇਬਲ ਇੰਡਸਟਰੀ ਹੋ ਗਈ। ਸੋ ਇਹਨਾਂ 'ਚ ਚੇਂਜਸ ਇੰਟਰੋਡਿਊਸ ਕੀਤੀਆਂ ਜਿਹੜੀਆਂ ਸੈਪਟੈਂਬਰ 14 ਨੂੰ ਗਵਰਨਮੈਂਟ ਨੇ ਨਵਾਂ ਲੈਜਿਸਲੇਸ਼ਨ ਕੀਤਾ। ਲੇਕਿਨ ਕਿਉਂਕਿ ਰੀਟੇਲ ਆ ਗਿਆ ਤਾਂ ਰੀਟੇਲ ਦੇ ਅੰਦਰ ਕਾਫੀ ਲੋਕਾਂ ਦੀ ਜਾਂ ਪੋਲੀਟੀਸ਼ੀਅਨਸ ਦਾ ਇੰਟਰਸਟ ਹੋ ਜਾਂਦਾ ਹੈ। ਰੀਜ਼ਨ ਬੀਇੰਗ ਕਿ ਦੇयर ਆਰ ਲੋਟ ਆਫ ਪੀਪਲ ਹੂ ਆਰ ਇੰਪੈਕਟਡ ਔਰ ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਸੋ ਇਹੀ ਰੀਜ਼ਨਸ ਹੈਗੇ ਆ ਕਿ ਇਹਦਾ ਇੰਨਾ ਜ਼ਿਆਦਾ ਇੰਟਰਸਟ ਜਾਂ ਇੰਨਾ ਜ਼ਿਆਦਾ ਇਸ ਚੀਜ਼ ਦਾ ਮੀਡੀਆ 'ਚ ਔਰ ਜਨਰਲ ਇੰਟਰਸਟ ਬਣਿਆ। ਤੁਸੀਂ ਲੁਧਿਆਣਾ ਸਟਾਕ ਐਕਸਚੇਂਜ ਬੜੀ ਲੰਮੇ ਸਮੇਂ ਤੱਕ ਜੁੜੇ ਰਹੇ, ਜੋ ਇਹ ਇੰਪੈਕਟ ਦੀ ਅਸੀਂ ਜਦੋਂ ਗੱਲ ਕਰਦੇ ਹਾਂ, ਜੋ ਇਸ ਸਮੇਂ ਗੱਲਾਂ ਚੱਲ ਰਹੀਆਂ ਨੇ ਕਿ ਇਹਦੇ ਨਾਲ ਕਾਫੀ ਆਉਣ ਵਾਲੇ ਸਮੇਂ ਦੇ ਵਿੱਚ ਉਥਲ ਪੁਥਲ ਹੋਏਗੀ ਉੱਥੋਂ ਦੇ ਸਟਰਕਚਰ ਦੇ ਵਿੱਚ, ਉਹਦੇ ਬਾਰੇ ਥੋੜ੍ਹਾ ਦੱਸੋ ਕਿ ਤੁਹਾਡਾ ਕੀ ਓਪੀਨੀਅਨ ਹੈ ਇਹਦੇ ਬਾਰੇ? ਡੈਫੀਨੇਟਲੀ ਇੱਕ ਪਾਥ ਬ੍ਰੇਕਿੰਗ ਹੈ, ਇੱਕ ਬੋਲਡ ਸਟੈਪ ਹੈ ਜੀ ਜਿਹੜਾ ਗਵਰਨਮੈਂਟ ਨੇ ਲਿਆ। ਕਾਫੀ ਦੇਰ ਤੋਂ ਇਨਐਕਟੀਵਿਟੀ ਚੱਲ ਰਹੀ ਸੀ, ਕੋਈ ਪਾਲਿਸੀ 'ਚ ਕੋਈ ਪਾਰਟਿਕੂਲਰਲੀ ਕੋਈ ਚੀਜ਼ ਸਾਹਮਣੇ ਨਹੀਂ ਸੀ ਆ ਰਹੀ, ਕੋਈ ਪਾਲਿਸੀ ਪੈਰਾਲਿਸਿਸ ਹੀ ਆਲਮੋਸਟ ਕਹਿ ਲਓ। ਤੇ ਜਦੋਂ ਇਹ ਇੱਕ ਨਵਾਂ ਕਨਸੈਪਟ ਇੰਟਰੋਡਿਊਸ ਹੋਇਆ, ਜਿਹੜਾ ਕਿ ਸਾਲ ਪਹਿਲਾਂ ਵੀ ਕੋਸ਼ਿਸ਼ ਕੀਤੀ ਗਈ ਸੀਗੀ, ਲੇਕਿਨ ਉਦੋਂ ਪਾਸ ਨਹੀਂ ਹੋ ਸਕਿਆ ਸੀ ਕਿਉਂਕਿ ਜਿਹੜੀ TMC ਸੀ UPA ਦੀ ਵਨ ਆਫ ਦ ਕੰਸਟੀਚੁਐਂਟਸ, ਦੇ ਡਿਡ ਨਾਟ ਸਪੋਰਟ ਦਿਸ ਆਈਡੀਆ। ਲੇਕਿਨ ਹੁਣ ਕਿਉਂਕਿ ਕੁਝ ਸਰਕਮਸਟੈਂਸਿਸ ਐਸੇ ਬਣ ਗਏ, ਇਹਨਾਂ ਨੇ ਇੰਟਰੋਡਿਊਸ ਕੀਤਾ। ਔਰ ਇਹਦਾ ਜਿਹੜਾ ਇੰਪੈਕਟ ਹੈ, ਇਹਦਾ ਇੰਪੈਕਟ ਐਕਚੁਅਲੀ ਇਹਦੇ ਪੋਜ਼ੀਟਿਵਸ ਵੀ ਹੈਗੇ ਆ ਔਰ ਨੈਗੇਟਿਵਸ ਵੀ ਹੈਗੇ ਆ। ਆਪਾਂ ਇਸ ਵੇਲੇ ਜਿਹੜੀ ਗੱਲਬਾਤ ਕਰ ਰਹੇ ਹਾਂ ਉਹ ਜ਼ਿਆਦਾਤਰ ਆਪਾਂ ਫੋਕਸ ਕਰਾਂਗੇ FDI ਰੀਟੇਲ ਦੇ ਅੰਦਰ, ਕਿਉਂਕਿ ਇਹਦਾ ਹੀ ਜ਼ਿਆਦਾ ਇੰਪੈਕਟ ਹੈ। ਸੋ ਜੇ ਆਪਾਂ ਪੋਜ਼ੀਟਿਵਸ ਦੇਖੀਏ ਹਰਪ੍ਰੀਤ ਜੀ, ਤਾਂ ਪੋਜ਼ੀਟਿਵਸ ਇਹ ਹੈਗੇ ਆ ਕਿ ਇਹਦੇ ਨਾਲ ਜਿਹੜੇ ਬਹੁਤ ਜ਼ਿਆਦਾ ਡੈਟ ਐਕਿਊਮੂਲੇਟ ਹੋ ਗਿਆ ਸੀਗਾ, ਜਿਹੜੀਆਂ ਇੰਡੀਆ ਦੀਆਂ ਰੀਟੇਲ ਕੰਪਨੀਜ਼ ਹੈਗੀਆਂ, ਪੈਂਟਲੂਨ ਫੈਸ਼ਨਸ ਜਾਂ ਹੋਰ ਕਈ ਹੈਗੀਆਂ, ਦੇ ਹੈਡ ਐਕਿਊਮੂਲੇਟਡ ਹਿਊਜ ਅਮਾਊਂਟ ਆਫ ਡੈਟ। ਸੋ ਉਹ ਹੁਣ ਜਦੋਂ ਫੋਰਨ ਇਨਵੈਸਟਮੈਂਟ ਪਰਮਿਟ ਕੀਤੀ ਜਾਊਗੀ ਤਾਂ ਫੋਰਨ ਜਿਹੜਾ ਇਨਵੈਸਟਰ ਹੈ ਉਹ ਆਪਣੀ ਫੰਡਸ ਹੋਰ ਪਾ ਸਕਦੇ ਆ ਜਾਂ ਉਹ ਕੰਟਰੋਲਿੰਗ ਇੰਟਰਸਟ ਲੈ ਸਕਦੇ ਆ। ਸੋ ਇਹ ਤਾਂ ਇੱਕ ਤਾਂ ਡੈਟ ਲੈਵਲਸ ਲਈ ਕਾਫੀ ਬੈਨੀਫੀਸ਼ੀਅਲ ਹੋਊਗਾ, ਇਸੇ ਕਰਕੇ ਜਿਹੜੇ ਸਟਾਕਸ ਹੈਗੇ ਆ ਉਹ ਕਾਫੀ ਹਾਈ ਹੋ ਗਏ ਉਸ ਤੋਂ ਬਾਅਦ, ਇਸ ਅਨਾਊਂਸਮੈਂਟ ਤੋਂ ਬਾਅਦ। ਦੂਸਰਾ, ਜਿਹੜੇ ਬੈਂਕਸ ਨੇ ਦਿੱਤਾ ਹੋਇਆ, ਲੋਨਸ ਦਿੱਤੇ ਹੋਏ ਆ ਇਹਨਾਂ ਕੰਪਨੀਜ਼ ਨੂੰ, ਰੀਟੇਲ ਕੰਪਨੀਜ਼ ਨੂੰ, ਉਹ ਨਾ ਬੈਂਕਸ ਨੂੰ ਕਾਫੀ ਇੱਕ ਤਰ੍ਹਾਂ ਦੀ ਰਾਹਤ ਮਿਲੂਗੀ, ਕਿਉਂਕਿ ਵੈਨ ਨਿਊ ਕੈਪੀਟਲ ਗੈਟਸ ਇਨਫਿਊਜ਼ਡ, ਦੋਜ਼ ਬੈਂਕਸ ਜਿਨ੍ਹਾਂ ਨੇ ਡੈਟ ਲੋਨ ਆਊਟ ਕੀਤਾ ਹੋਇਆ, ਦੇ ਗੈਟ ਇਨ ਬੈਟਰ ਪੋਜੀਸ਼ਨ। ਥਰਡ ਬੈਨੀਫਿਟ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਕਮਰਸ਼ੀਅਲ ਰੀਅਲ estate ਹੈ ਉਹਨੂੰ ਵੀ ਇੱਕ ਪੋਜ਼ੀਟਿਵ ਇੰਪੈਕਟ ਮਿਲੂਗਾ, ਕਿਉਂਕਿ ਜਦੋਂ ਫੋਰਨ ਜਿਹੜੇ ਸਟੋਰਸ ਹੈ ਉਹ ਸੈਟਅਪ ਹੋਣਗੇ ਤਾਂ ਨੈਚੁਰਲੀ ਇਟ ਵਿਲ ਇੰਪੈਕਟ ਦੀ ਰੀਅਲ estate ਇੰਡਸਟਰੀ ਐਜ਼ ਵੈਲ। Okay, but what about as the opposition is claiming ਕਿ ਜੀ it's a sell-off, the government has sold itself to the foreign companies and all that, and secondly ਜਿਹੜਾ ਕਿਹਾ ਜਾ ਰਿਹਾ ਕਿ ਜਿਹੜੇ ਉੱਥੇ ਮਿਡਲ ਜਾਂ ਲੋਅਰ ਇਨਕਮ ਦੇ ਜਿਹੜੇ ਬਿਜ਼ਨਸਮੈਨ ਹੈਗੇ ਨੇ ਉਹਨਾਂ ਨੂੰ ਜ਼ਿਆਦਾ ਹਿੱਟ ਕਰੇਗਾ, ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਪਹਿਲੀ ਗੱਲ ਤਾਂ ਇਸ 'ਚ ਮੈਂ ਇਹ ਕਹੂੰਗਾ ਜੀ ਕਿ ਜਿਹੜੀ ਇਹ FDI ਰੀਟੇਲ 'ਚ ਇੰਟਰੋਡਿਊਸ ਕੀਤਾ ਗਿਆ, ਇਹਦੇ 'ਚ ਸਟੇਟਸ ਨੂੰ ਆਪਸ਼ਨ ਦਿੱਤੀ ਗਈ ਹੈ ਕਿ ਉਹ ਆਪਟ ਆਊਟ ਵੀ ਕਰ ਸਕਦੇ ਆ, ਆਪਟ ਇਨ ਵੀ ਕਰ ਸਕਦੇ ਆ। ਸੋ ਇਫ ਦੇ ਡੋਂਟ ਪਰਮਿਟ ਦੈਨ ਦੋਜ਼ ਸਟੋਰਸ ਡੋਂਟ ਓਪਨ ਇਨ ਦੋਜ਼ ਸਟੇਟਸ। ਓਕੇ, ਸੋ ਇਟ ਡਿਪੈਂਡਸ ਅਪਨ ਦ ਸਟੇਟਸ। ਇਟ ਡਿਪੈਂਡਸ ਔਨ ਦ ਸਟੇਟਸ। ਓਕੇ, ਸੋ ਕਾਫੀ ਹੱਦ ਤਾਈਂ ਸਟੇਟਸ ਦਾ ਵੀ ਇਸ 'ਚ ਇਨਵੋਲਵਮੈਂਟ ਹੈਗੀ ਹੈ। ਪਰ ਜੇ ਆਪਾਂ ਕਹੀਏ ਕਿ ਮਿਡਲਮੈਨ ਜਾਂ ਕਿਸ ਤਰ੍ਹਾਂ ਇਹਦਾ ਇੰਪੈਕਟ ਹੋਊਗਾ, ਸੋ ਇਹਨੂੰ ਆਪਾਂ ਬ੍ਰੌਡਲੀ 2 ਸੈਕਟਰ 'ਚ ਵੰਡ ਲਈਏ ਹਰਪ੍ਰੀਤ ਜੀ। ਇੱਕ ਤਾਂ ਜਿਹੜਾ ਹੈ ਕਿ ਜਿਹੜੇ ਮੈਨੂਫੈਕਚਰਿੰਗ ਸੈਕਟਰ ਹੈ, ਸੋ ਜਿਹੜੇ ਕਿਰਾਨਾ ਸਟੋਰਸ ਹੈ, ਮੌਮ ਐਂਡ ਪੌਪ ਸਟੋਰਸ ਆਪਾਂ ਇੱਥੇ ਨਾਰਥ ਅਮਰੀਕਾ 'ਚ ਕਹਿ ਦਿੰਦੇ ਹਾਂ, ਉੱਥੇ ਕਿਰਾਨਾ ਸਟੋਰਸ ਜਾਂ ਕਹਿ ਲਓ ਜਿਹੜੇ ਆਮ ਤੌਰ 'ਤੇ ਛੋਟੇ ਸਟੋਰਸ ਹੈਗੇ ਆ ਸਿਟੀਜ਼ 'ਚ, ਉਹਨਾਂ ਨੂੰ ਡੈਫੀਨੇਟਲੀ ਥੋੜ੍ਹਾ ਬਹੁਤ ਨੈਗੇਟਿਵ ਇੰਪੈਕਟ ਹੋਊਗਾ, ਕਿਉਂਕਿ ਜਿਹੜੀ ਜਦੋਂ ਇੱਕ ਵਾਰੀ ਐਫੀਸ਼ੀਐਂਸੀਜ਼ ਇੰਟਰੋਡਿਊਸ ਹੋਣੀਆਂ ਸ਼ੁਰੂ ਹੋ ਜਾਣ ਸਪਲਾਈ ਚੇਨ 'ਚ,
ਤਾਂ ਜਿਹੜਾ ਐਂਡ ਕੰਜ਼ਿਊਮਰ ਹੈ ਉਹਨੂੰ ਚੀਜ਼ ਚੀਪਰ ਮਿਲਣੀ ਸ਼ੁਰੂ ਹੋ ਜਾਏ, ਬੈਟਰ ਕਾਸਟ ਤੇ ਮਿਲਣੀ ਸ਼ੁਰੂ ਹੋ ਜਾਏ, ਜੀ ਤਾਂ naturally they would like to go to those areas, to those stores, to the FDIs, to the foreign stores. So definitely impact ਇਹਨਾਂ ਨੂੰ ਹੋਏਗਾ ਹੀ। ਜਿੱਥੇ ਤਾਈਂ ਫਾਰਮਰਸ ਦੀ ਗੱਲ ਹੈ ਜੀ, ਕਿਉਂਕਿ ਉਹਨਾਂ ਨੇ ਵੀ ਪ੍ਰੋਡਿਊਸ ਕਰਨਾ ਹੈ ਜੀ ਔਰ ਇਵੈਂਚੁਅਲੀ ਉਹਨਾਂ ਦੀ ਜਿਹੜੀ ਪ੍ਰੋਡਿਊਸ ਹੈ ਉਹ ਇਹਨਾਂ ਸਟੋਰਸ ਤੇ ਵਿਕਣੀ ਹੈ। ਜੀ ਸੋ ਉਹਨਾਂ ਨੂੰ ਮੈਂ ਸਮਝਦਾ ਕਿ ਇਟ ਵਾਸ ਗੋਇੰਗ ਟੂ ਬੀ ਹੈਵ ਅ ਪੋਜ਼ਿਟਿਵ ਇੰਪੈਕਟ, ਬਿਕਾਜ਼ ਦ ਮਿਡਲ ਮੈਨ, ਉਸ ਕੇਸ 'ਚ ਜਿਹੜਾ ਮਿਡਲ ਮੈਨ ਹੈ ਜੀ ਜਿਹੜਾ ਕਿ ਅੱਗੇ ਉਹਨਾਂ ਤੋਂ ਬਾਏ ਕਰਦਾ ਸੀ ਫਾਰਮਰ ਤੋਂ ਔਰ ਅੱਗੇ ਸੈਲ ਕਰਦਾ ਸੀਗਾ ਇਹਨਾਂ ਸਟੋਰਸ ਨੂੰ, ਉਹਦੀ ਕਾਫੀ ਹੱਦ ਤਾਈਂ ਰੋਲ ਉਹਦਾ ਘਟਣਾ ਸ਼ੁਰੂ ਹੋ ਡਾਇਰੈਕਟ ਜਾਏਗਾ ਹੋ ਜਾਏਗੀ ਅਲਾਈਨਮੈਂਟ ਉਹਨਾਂ ਦੀ। ਡੈਫੀਨਿਟਲੀ। ਓਕੇ ਔਰ ਉਹਦੇ ਨਾਲ ਉਹ ਤਾਂ ਇੰਪੈਕਟ ਹੋਣਗੇ, ਲੇਕਿਨ ਇਵੈਂਚੁਅਲੀ ਜਿਹੜਾ ਬੈਨੀਫਿਟ ਹੈ ਉਹ ਕੰਜ਼ਿਊਮਰ, ਐਂਡ ਕੰਜ਼ਿਊਮਰ ਹੈ ਉਹਨੂੰ ਹੋਏਗਾ। ਇੱਕ ਹੋਰ ਚੀਜ਼ ਜੇ ਦੇਖੀਏ ਤਾਂ ਇੰਡੀਆ ਦੇ ਵਿੱਚ ਕੋਈ 4-5 ਸਾਲਾਂ ਤੋਂ ਦੇਖੀਏ ਕਿ ਉੱਥੇ ਸਟੋਰਸ ਖੁੱਲ੍ਹਣੇ ਸ਼ੁਰੂ ਹੋ ਗਏ ਸੀ ਵੱਡੇ ਵੱਡੇ, ਜਿਸ ਤਰ੍ਹਾਂ ਅਸੀਂ ਹੁਣ ਗੱਲ ਕਰਨੇ ਆ ਕਿ FDI ਦੇ ਨਾਲ ਰਿਟੇਲ ਸੈਕਟਰ 'ਚ ਵੱਡੇ ਸਟੋਰਸ ਇੱਥੋਂ ਬਾਹਰ ਜਾ ਕੇ ਉੱਥੇ ਇਸਟੈਬਲਿਸ਼ ਹੋਣਗੇ। ਉਹ ਜਿਹੜੇ ਸਟੋਰਸ ਖੁੱਲ੍ਹੇ, ਮੈਜੋਰਿਟੀ ਆਫ them ਕਲੋਜ਼ਡ ਆਲਸੋ, ਕਿਉਂਕਿ ਲੋਕਾਂ ਦੀ ਜਿਹੜੀ ਲਾਇਲਟੀ ਜੇਕਰ ਦੇਖੀ ਜਾਏ, ਹੁਣ ਗਲੀ ਦੇ ਵਿੱਚ ਜੇਕਰ ਕੋਈ ਦੁਕਾਨ ਹੈਗੀ ਏ ਤੇ ਉੱਥੇ ਜਿਹੜੀ ਵੀ ਚੀਜ਼ ਸਪੋਜ਼ 10 ਰੁਪਏ ਦੀ ਮਿਲ ਰਹੀ ਹੈ ਤੇ ਕੋਈ 5-6 ਜਾਂ 15 ਕਿਲੋਮੀਟਰ ਦੂਰ ਕੋਈ ਖੁੱਲੀ ਜਿੱਥੇ ਕਿ 8 ਰੁਪਏ ਮਿਲ ਰਹੀ ਹੈ, ਉਹ ਚੀਜ਼ ਚੱਲੀ ਨਹੀਂ। ਉਹਦਾ ਕੀ ਤੁਸੀਂ ਸਮਝਦੇ ਹੋ ਕਿ ਇਹ ਜਿਹੜੀਆਂ ਉੱਥੇ ਜਾ ਰਹੀਆਂ ਨੇ ਕੰਪਨੀਜ਼, ਉੱਥੇ ਰੀਟੇਲ ਸੈਕਟਰ ਵਿੱਚ ਇਹ ਸਾਰਾ ਕੁਝ ਹੋਏਗਾ, ਕਿ ਤੁਹਾਨੂੰ ਜੋ ਪ੍ਰੀਵੀਅਸ ਐਕਸਪੀਰੀਅੰਸ ਹੈ ਉਸ ਨੂੰ ਜੇ ਅਸੀਂ ਮੱਦੇਨਜ਼ਰ ਰੱਖੀਏ, ਕਿ ਉਹਦਾ ਇੰਪੈਕਟ ਕੋਈ ਤੁਹਾਨੂੰ ਲੱਗਦਾ ਹੈ ਕੋਈ, ਕਿ ਲੋਕ ਉਹੀ ਲਾਇਲਟੀ ਨੂੰ ਰੱਖਣਗੇ ਛੋਟੇ ਸ਼ਾਪਕੀਪਰਸ ਨਾਲ ਜਿਹੜੇ ਗਲੀ ਦੇ ਆਲੇ ਦੁਆਲੇ ਨੇ, ਜਾਂ ਉਹ ਇਸ ਪਾਸੇ ਵੀ ਸੋਚ ਸਕਦੇ ਹੈਗੇ ਨੇ? ਐਟ ਦ ਐਂਡ ਆਫ ਦ ਡੇ ਹਰਪ੍ਰੀਤ ਜੀ, ਜਿਹੜਾ ਕੰਜ਼ਿਊਮਰ ਹੈ ਉਹਨੂੰ ਜਦ ਤਾਈਂ ਵੈਲਿਊ ਨਹੀਂ ਮਿਲਦੀ ਐਟ ਦ ਰਾਈਟ ਪ੍ਰਾਈਸ, ਯੂ ਕੈਨੋਟ ਅਟਰੈਕਟ ਹਿਮ ਜੀ। ਤੇ ਜੇ ਹੁਣ ਸੁਭਿਕਸ਼ਾ ਜਾਂ ਰਿਲਾਇੰਸ ਰੀਟੇਲ ਜਿਹੜੇ ਸਟੋਰਸ ਆਲਰੇਡੀ ਉੱਥੇ ਓਪਨ ਹੋਏ, ਜੇ ਉਹਨਾਂ ਨੇ ਵੈਲਿਊ ਨਹੀਂ ਪ੍ਰੋਵਾਈਡ ਕਰ ਸਕੇ, ਆਈ ਵੁੱਡ ਨਾਟ ਸੇ ਕਿ ਇਟ ਇਜ਼ ਆਲ ਅਬਾਊਟ ਲਾਇਲਟੀ, ਕਿਉਂਕਿ ਲਾਇਲਟੀ ਡੈਫੀਨਿਟਲੀ ਰਿਲੇਸ਼ਨਸ ਡੂ ਕਾਊਂਟ, ਜੀ ਲੇਕਿਨ ਜੇ ਉਹਨਾਂ ਨੂੰ ਉਸ ਦੀ ਵੈਲਿਊ ਕਿਤੋਂ ਬੈਟਰ ਮਿਲਦੀ ਹੈ ਤਾਂ ਫਿਰ then possibly they would rather go there rather than go to any other place. So I would say ਕਿ ਜਿਹੜੇ ਇਹ ਸਟੋਰ ਸੀਗੇ ਰਿਲਾਇੰਸ ਜਾਂ ਹੋਰ ਜਿਹੜੇ ਪਹਿਲਾਂ ਖੁੱਲੇ, ਉਹ ਸਕਸੈਸਫੁਲ ਸ਼ਾਇਦ ਇਸੇ ਕਰਕੇ ਨਹੀਂ ਹੋ ਸਕੇ ਕਿ ਉਹਨਾਂ ਨੇ ਮਤਲਬ ਜਾਂ ਤਾਂ ਵੈਲਿਊ ਦੇ ਨਹੀਂ ਸਕੇ ਜਾਂ ਉਹ ਪਰਸੈਪਸ਼ਨ ਨਹੀਂ ਬਿਲਡ ਹੋ ਸਕਿਆ। ਓਕੇ ਸੋ ਜਦੋਂ ਇਹ ਫੋਰਨ ਇਨਵੈਸਟਰ ਜਾਣਗੇ, ਸੋ ਇਟ ਵਿਲ ਬੀ ਅ ਟਰੂ ਕੰਪੀਟੀਸ਼ਨ, which means that if they provide good value to the consumer, then the consumer is likely to go to them. ਵਰਨਾ ਮਤਲਬ ਜਿਸ ਤਰ੍ਹਾਂ ਆਲਰੇਡੀ ਚੱਲ ਰਿਹਾ ਹੈ ਕਿ ਉਹ ਕਿਰਾਣਾ ਸਟੋਰਸ ਜਾਂ ਜਿਹੜੇ ਆਲਰੇਡੀ ਹੈਗੇ ਆ ਉਹਨਾਂ ਕੋਲ ਹੀ ਹੋ ਜਾਂਦੇ ਰਹਿਣਗੇ। ਸੋ ਤੁਹਾਡਾ ਫੀਲਿੰਗ ਹੈਗੀ ਕਿ ਅਲਟੀਮੇਟਲੀ ਇਟ ਬੀ ਗੁੱਡ ਫॉर द ਕੰਜ਼ਿਊਮਰ, ਕਿ ਜੇਕਰ ਉਹ ਵੈਲਿਊ ਸਰਵਿਸਿਜ਼ ਐਡ ਕਰਦੇ ਨੇ ਤਾਂ ਉਹਦੇ ਨਾਲ ਬੈਨੀਫਿਟ ਹੋਏਗਾ। ਡੈਫੀਨਿਟਲੀ ਇਸ ਬਾਰੇ ਮੇਰੇ ਮਨ 'ਚ ਕੋਈ ਸ਼ੰਕਾ ਜਾਂ ਡਾਊਟ ਨਹੀਂ ਹੈ ਕਿ ਇਹਦਾ ਜਿਹੜਾ ਬੈਨੀਫਿਟ ਹੈ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਦਾ ਜੀ, ਕਿ ਜਦੋਂ ਤੁਹਾਨੂੰ ਯਾਦ ਹੋਣਾ ਹੈ ਕਿ ਇੰਡੀਆ 'ਚ ਛੋਟੇ ਸਾਈਬਰ ਕੈਫੇਜ਼ ਹੁੰਦੇ ਸੀ, ਸਟੋਰਸ ਹੁੰਦੇ ਸੀ ਕਿ ਤੁਸੀਂ ਜਾ ਕੇ ਉੱਥੇ ਇੰਟਰਨੈਟ ਵੀ ਚਲਾ ਸਕਦੇ ਹੋ ਔਰ ਤੁਸੀਂ ਜਾ ਕੇ ਉੱਥੇ ਫੋਨ ਕਾਲਸ ਵੀ ਕਰ ਸਕਦੇ ਹੋ। ਉਸ ਤੋਂ ਬਾਅਦ ਬ੍ਰੌਡਬੈਂਡ ਇੰਟਰੋਡਿਊਸ ਕੀਤਾ ਗਿਆ ਇੰਡੀਆ 'ਚ, ਜਿਸ 'ਚ ਕਿ ਭਾਰਤੀ ਏਅਰਟੈਲ ਜਾਂ BSNL ਜਾਂ ਹੋਰ ਜਿਹੜੀਆਂ ਕੰਪਨੀਆਂ ਸੀ ਉਹਨਾਂ ਨੇ ਬ੍ਰੌਡਬੈਂਡ ਦੇ ਦਿੱਤਾ, ਜਿਹਦੇ ਨਾਲ ਕਿ ਰਿਜ਼ਲਟ ਇਹ ਹੋਇਆ ਕਿ ਜਿਹੜਾ ਕੰਜ਼ਿਊਮਰ ਸੀ ਉਹਨੂੰ ਉਹਦੇ ਘਰ 'ਚ ਹੀ ਇਹ ਸਾਰੀਆਂ ਫੈਸਿਲਿਟੀਜ਼ ਅਵੇਲੇਬਲ ਹੋਣੀਆਂ ਸ਼ੁਰੂ ਹੋ ਗਈਆਂ। ਹੁਣ ਜਿਹੜੇ ਉਹ ਸਾਈਬਰ ਕੈਫੇ ਸੀਗੇ ਉਹ ਤਾਂ ਹੌਲੀ ਹੌਲੀ ਬੰਦ ਹੋਣੇ ਸ਼ੁਰੂ ਹੋ ਗਏ, ਲੇਕਿਨ ਜੇ ਆਪਾਂ ਇਨ ਟੋਟੈਲਿਟੀ ਦੇਖੀਏ, ਔਨ ਬੈਲੈਂਸ ਦੇਖੀਏ, ਤਾਂ ਜਿਹੜਾ ਐਂਡ ਕੰਜ਼ਿਊਮਰ ਹੈ ਉਹਨੂੰ ਤਾਂ ਬਹੁਤ ਬੈਨੀਫਿਟ ਹੋਇਆ। ਔਰ ਇਹ ਵੀ ਨਹੀਂ ਹੈ ਕਿ ਜਿਹੜੇ ਸਾਈਬਰ ਕੈਫੇ ਓਨਰਸ ਹੈ ਦੇ ਕੰਪਲੀਟਲੀ ਵੈਂਟ ਆਊਟ ਆਫ ਬਿਜ਼ਨਸ, ਦੇ ਵੁੱਡ ਸਵਿਚ ਟੂ ਸਮਥਿੰਗ ਐਲਸ। ਸੋ ਓਵਰਆਲ ਐਫੀਸ਼ੀਐਂਸੀ ਇਟਸ ਅ ਬਿਗ ਮਾਰਕੀਟ ਐਂਡ ਐਫੀਸ਼ੀਐਂਸੀ ਜਿਹੜੀ ਉਹ ਇੰਟਰੋਡਿਊਸ ਹੋ ਗਈ ਇਸ ਚੀਜ਼ ਦੇ ਨਾਲ। ਡੈਫੀਨਿਟਲੀ ਰਾਈਟ। ਐਂਡ ਜਾਂਦੇ ਜਾਂਦੇ ਅਖੀਰ ਵਿੱਚ ਛੋਟਾ ਜਿਹਾ ਸਵਾਲ, ਕਿ ਜਿਸ ਤਰ੍ਹਾਂ 에ਅਰਲਾਈਨਸ ਦਾ ਵੀ ਤੁਸੀਂ ਕਿਹਾ, ਉੱਥੇ ਵੀ FDI ਦੀ ਜਿਹੜੀ ਤੁਸੀਂ ਗੱਲ ਕੀਤੀ ਹੈ, ਵਿਜੇ ਮਲਾਇਆ ਦੀ ਅਸੀਂ ਗੱਲ ਦੇਖਦੇ ਹਾਂ, ਕਿੰਗਫਿਸ਼ਰ 에ਅਰਲਾਈਨਸ ਦਾ ਜੋ ਹਾਲ ਹੋਇਆ। ਸੋ ਜਦੋਂ ਤੁਸੀਂ ਸਮਝਦੇ ਹੋ ਕਿ ਇੱਥੋਂ ਵੱਡੀਆਂ ਕੰਪਨੀਆਂ ਜਾ ਕੇ 에ਅਰਲਾਈਨਸ ਵਿੱਚ ਵੀ ਇਨਵੈਸਟ ਵਗੈਰਾ ਕਰਨਗੀਆਂ, ਤੇ ਜਿਹੜੇ ਉੱਥੇ ਇਹੋ ਜਿਹੇ ਆਪਣੇ ਜਿਹੜੇ ਰਿਚ ਅਸੀਂ ਕਹਿੰਦੇ ਹਾਂ ਉੱਥੋਂ ਦੇ ਲੋਕ ਜਿਹੜੇ ਇਸ ਫੀਲਡ ਵਿੱਚ ਆਏ ਸੀ, ਉਹਨਾਂ ਨੂੰ ਵੀ ਧੱਕਾ ਲੱਗੇਗਾ, ਤੇ ਕੀ ਉਹਦੇ ਨਾਲ ਤੁਸੀਂ ਸਮਝਦੇ ਹੋ ਕਿ ਉਸ ਸੈਕਟਰ ਵਿੱਚ ਵੀ ਐਫੀਸ਼ੀਐਂਸੀ ਵਗੈਰਾ ਵਧੇਗੀ? ਇਹ ਡੈਫੀਨਿਟਲੀ ਇਹਦਾ ਬੈਨੀਫਿਟ ਹੋਏਗਾ ਜੀ, ਉਹਨਾਂ ਨੂੰ ਨੁਕਸਾਨ ਘੱਟ ਤੇ ਫਾਇਦਾ ਜ਼ਿਆਦਾ ਹੋਏਗਾ। ਜਿਸ ਤਰ੍ਹਾਂ ਕਿ ਰੀਟੇਲ 'ਚ 51% ਅਲਾਉ ਕੀਤੀ ਹੈ, ਏਵੀਏਸ਼ਨ 'ਚ 49% ਅਲਾਉ ਕੀਤੀ ਹੈ। ਲੇਕਿਨ ਇਹਦੇ ਨਾਲ ਨਾਲ ਮੈਂ ਇਹ ਵੀ ਕਹਿਣਾ ਚਾਹੂੰਗਾ ਕਿ ਜਿਸ ਤਰ੍ਹਾਂ ਕਿੰਗਫਿਸ਼ਰ ਜਾਂ ਹੋਰ ਜਿਹੜੀਆਂ ਸਪਾਈਸ ਜੈਟ ਵਰਗੀਆਂ 에ਅਰਲਾਈਨਸ ਹੈ, ਦੇ ਆਰ ਰੀਲਿੰਗ ਅੰਡਰ ਹਿਊਜ ਡੈਟ। 7000 ਕਰੋੜ ਦਾ ਡੈਟ, 7000 ਕਰੋੜ ਦੇ ਉਹਨਾਂ ਦੇ ਐਕਿਊਮੂਲੇਟਿਡ ਲਾਸਸ, ਤੇ ਉਹਨਾਂ ਨੂੰ ਇਹ ਕਾਫੀ ਹੱਦ ਤਾਈਂ ਰਿਲੀਫ ਮਿਲੂਗਾ। ਔਰ ਜਦੋਂ ਉਹ 에ਅਰਲਾਈਨਸ ਫੋਰਨ ਜਾ ਕੇ ਉਹਨਾਂ ਦੇ ਸਟੇਕਸ ਬਾਏ ਕਰਨਗੀਆਂ, ਤਾਂ ਇਟ ਵਿਲ ਮੀਨ ਗੁੱਡ ਫॉर ਦ ਇੰਡੀਅਨ 에ਅਰਲਾਈਨ ਇੰਡਸਟਰੀ ਐਜ਼ ਵੈਲ ਐਜ਼ ਦ ਇੰਡੀਅਨ ਬੈਂਕਿੰਗ ਸੈਕਟਰ who were lending to these industries. So thank you very much for your time. Pleasure having you on the show. Thank you.